ਅੱਜ ਦੇ ਆਪਣੇ ਕਰੰਟ ਅਫੇਅਰ 15 ਜੂਨ 2021 ਦੇ ਸਭ ਤੋਂ ਪਹਿਲਾ ਕਰੰਟ ਅਫੇਅਰ ਹੈਗਾ ਆਪਣਾ ਗਰੁੱਪ ਆਫ 7 ਬਾਰੇ, ਜਿਹਨੂੰ ਆਪਾਂ G7 ਕਹਿੰਦੇ ਹਾਂ, ਇੰਗਲਿਸ਼ G7 ਗਰੁੱਪ ਆਫ 7। ਦੇਖੋ ਗਰੁੱਪ ਆਫ 7 ਗਰੁੱਪ ਦਾ ਮਤਲਬ ਹੁੰਦਾ ਕਿੰਨੇ ਨਾਲ ਹੈਗੇ ਆ 7, ਯਾਨੀ ਕਿ ਇਹ 7 ਦੇਸ਼ ਆ। ਠੀਕ ਹੈ, ਇਹ ਕਿਹੜੇ ਕਿਹੜੇ ਦੇਸ਼ ਹੈ ਮੈਂ ਤੁਹਾਨੂੰ ਤੁਹਾਡੇ ਨਕਸ਼ੇ ਤੇ ਵੀ ਦਿਖਾਣਾ। ਜੇ ਤੁਸੀਂ ਇਹ ਨਕਸ਼ਾ ਦੇਖੋ, ਕੈਨੇਡਾ USA ਆ ਇੱਕ, ਅਮਰੀਕਾ ਦੂਜਾ, UK ਜਿਹੜਾ ਛੋਟਾ ਜਿਹਾ ਆਪਣਾ ਹੈਗਾ ਤੀਜਾ, ਫਰਾਂਸ ਚੌਥਾ, ਜਰਮਨੀ ਪੰਜਵਾਂ, ਇਟਲੀ ਛੇਵਾਂ ਤੇ ਜਾਪਾਨ ਸੱਤਵਾਂ। ਇਹ 7 ਦੇਸ਼ਾਂ ਦਾ ਜਿਹੜਾ ਗਰੁੱਪ ਹੈ, ਇਹ 7 ਦੇਸ਼ਾਂ ਦਾ ਜਿਹੜੀ ਇੱਕ ਆਰਗੇਨਾਈਜੇਸ਼ਨ ਇਹਨੇ ਦੁਨੀਆ 'ਚ ਇੱਕ ਆਪਣੀ ਅੱਡ ਤੋਂ ਇੱਕ ਆਰਗੇਨਾਈਜੇਸ਼ਨ ਬਣਾਈ ਹੋਈ ਹੈ, ਹਰ ਸਾਲ ਮਿਲਦੇ ਇਹ, ਉਹਨੂੰ ਇਹ ਕਹਿੰਦੇ ਆ ਗਰੁੱਪ ਆਫ 7। ਇਹ ਦੁਨੀਆ ਦੇ 7 ਸਭ ਤੋਂ ਕਿਸੇ ਜ਼ਮਾਨੇ ਵਿੱਚ ਸਭ ਤੋਂ ਸ਼ਕਤੀਸ਼ਾਲੀ ਦੇਸ਼ ਸੀਗੇ। ਹੁਣ ਤਾਂ ਜਿਵੇਂ ਇਟਲੀ ਵਰਗੇ ਜਿਹੜੇ ਦੇਸ਼ ਆ ਉਹ ਹੁਣ ਕੋਈ ਜ਼ਿਆਦਾ ਸ਼ਕਤੀਸ਼ਾਲੀ ਬਚੇ ਨਹੀਂ ਹੈ, ਠੀਕ ਹੈ, ਪਰ ਕਿਸੇ ਜ਼ਮਾਨੇ 'ਚ ਦੇਸ਼ ਸਭ ਤੋਂ ਜ਼ਿਆਦਾ ਅਮੀਰ ਤੇ ਸ਼ਕਤੀਸ਼ਾਲੀ ਹੁੰਦੇ ਸੀ। ਇਸੇ ਕਾਰਨ ਇਹਨਾਂ ਨੇ ਆਪਣਾ ਇੱਕ ਅੱਡ ਤੋਂ ਸਮੂਹ ਬਣਾ ਲਿਆ ਸੀ। ਸ਼ਕਤੀਸ਼ਾਲੀ ਕਿਸ ਤਰੀਕੇ ਨਾਲ ਕਿ ਇਹਨਾਂ ਦੀ ਜਿਹੜੀ ਆਰਥਿਕ ਸਥਿਤੀ ਹੈ ਨਾ, ਉਹ ਸਭ ਤੋਂ ਵਧੀਆ। ਦੁਨੀਆ ਦਾ ਲਗਭਗ 60% ਪੈਸਾ ਇਹੀ 7 ਦੇਸ਼ਾਂ ਵਿੱਚ, ਤਾਂ ਇਸ ਕਰਕੇ ਇਹ 7 ਦੇਸ਼ ਦੁਨੀਆ ਦੇ ਸਭ ਤੋਂ ਅਮੀਰ ਦੇਸ਼ ਆ। ਇਸ ਚੀਜ਼ ਕਾਰਨ ਜਦੋਂ ਹੁਣ ਤੁਹਾਡੇ ਕੋਲੇ ਦੁਨੀਆ ਵਿੱਚ ਇੰਨਾ ਜ਼ਿਆਦਾ ਪੈਸਾ ਹੋਵੇ ਤਾਂ ਦੁਨੀਆ ਤੁਹਾਡੀ ਗੱਲ ਵੀ ਜ਼ਿਆਦਾ ਸੁਣਦੀ ਹੈ। ਤਾਂ ਹੁਣ ਇਹਨਾਂ ਨੇ ਕੀ ਸੋਚਿਆ ਸੀ ਕਿ ਜੇ ਹੁਣ ਪਹਿਲਾਂ ਹੀ ਆਪਣੀ ਦੁਨੀਆ ਇੰਨੀ ਜ਼ਿਆਦਾ ਗੱਲ ਸੁਣਦੀ ਹੈ, ਜੇ ਆਪਾਂ 7 ਦੇ 7, ਪਹਿਲਾਂ ਇਹ 8 ਦੇਸ਼ ਹੁੰਦੇ ਸੀ ਨਾ, ਰੂਸ ਵੀ ਹੁੰਦਾ ਸੀ ਆਪਣਾ, ਰਸ਼ੀਆ ਵੀ ਹੁੰਦਾ ਸੀ, ਬਾਅਦ ਚ ਰਸ਼ੀਆ ਨੂੰ ਇਹ ਸਾਰਿਆਂ ਨੇ ਮਿਲ ਕੇ ਕੱਢਤਾ ਤਾਂ ਇਹ 7 ਰਹਿ ਗਏ। ਪਹਿਲਾਂ ਇਹ G8 ਹੁੰਦਾ ਸੀ, ਗਰੁੱਪ ਆਫ 8 ਹੁੰਦਾ ਸੀ, ਹੁਣ ਗਰੁੱਪ ਆਫ 7 G7 ਰਹਿ ਗਏ। ਤਾਂ ਇਹ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ਾਂ ਨੇ ਇਹ ਸੋਚਿਆ ਕਿ ਜਦੋਂ ਆਪਾਂ ਸਾਰੇ ਇਕੱਠੇ ਆ ਜਾਾਂਗੇ ਤੇ ਆਪਾਂ ਸਾਰੇ ਮਿਲ ਕੇ ਆਪਣੇ ਦੇਸ਼ਾਂ ਦੇ ਫੈਸਲੇ ਲਵਾਂਗੇ ਤਾਂ ਆਪਣੇ ਆਪ ਦੁਨੀਆ ਵਿੱਚ ਆਪਣਾ ਜਿਹੜਾ ਪ੍ਰਭਾਵ ਆ ਹੋਰ ਜ਼ਿਆਦਾ ਵਧੂਗਾ। ਇਸੇ ਕਾਰਨ ਦੁਨੀਆ 'ਚ ਇਹਨਾਂ ਨੇ ਇਹ ਗਰੁੱਪ ਬਣਾਇਆ ਸੀ। ਹਰ ਸਾਲ ਇਹ 2 ਦੇਸ਼ ਮਿਲਦੇ ਆ, ਹਰ ਸਾਲ ਇਹ ਦੇਸ਼ ਗੱਲਾਂ ਕਰਦੇ ਕਿ ਆਪਾਂ ਅਗਲੇ 1 ਸਾਲ 'ਚ ਹੁਣ ਕੀ ਕਰਨਾ। ਕਈ ਵਾਰੀ ਕੁਝ ਨਵਾਂ ਕੁਝ ਹੋ ਵੀ ਜਾਂਦਾ ਮੀਟਿੰਗਸ ਵਿੱਚ, ਜ਼ਿਆਦਾਤਰ ਬਸ ਗੱਲਾਂ ਮਾਰ ਕੇ ਮੀਟਿੰਗ ਖਤਮ ਹੋ ਜਾਂਦੀ ਹੈ। ਠੀਕ ਹੈ, ਜਿਵੇਂ ਇਸ ਸਾਲ ਇਹਨਾਂ ਦੀ ਮੀਟਿੰਗ ਦਾ ਨਾ ਇੱਕ ਬਹੁਤ ਵੱਡਾ ਜਿਹੜਾ ਮਸਲਾ ਰਿਹਾ ਉਹ ਹੈਗਾ ਕਿ ਜਿਹੜੇ ਹੁਣ ਦੁਨੀਆ ਭਰ ਵਿੱਚ ਹੋ ਕੀ ਰਿਹਾ ਕਿ ਕੋਵਿਡ ਦੇ ਚੱਲਦੇ ਹੋਏ ਨਾ ਦੁਨੀਆ ਭਰ ਦੀ ਸਰਕਾਰਾਂ, ਸਾਰੀ ਦੁਨੀਆ ਵਿੱਚ ਇੱਕ ਟ੍ਰੈਂਡ ਆ ਗਿਆ, ਉਹ ਇਹ ਹੈ ਕਿ ਸਾਰੇ ਦੇਸ਼ ਇਹ ਦੇਖਣ ਲੱਗ ਗਏ ਕਿ ਆਪਾਂ ਨੂੰ ਖੁਦ ਵਿੱਚ ਆਤਮ ਨਿਰਭਰ ਹੋਣਾ ਪੈਣਾ, ਆਪਣੇ ਆਪ 'ਚ ਆਪਾਂ ਨੂੰ ਪ੍ਰੋਡਕਸ਼ਨ ਸ਼ੁਰੂ ਕਰਨੀ ਪੈਣੀ ਹੈ। ਪਰ ਆਪਣੇ ਭਾਰਤ ਵਿੱਚ ਆਪਣੇ ਪ੍ਰਧਾਨ ਮੰਤਰੀ ਨੇ ਵੀ ਬੋਲਿਆ ਆਤਮ ਨਿਰਭਰ, ਕਿ ਆਪਾਂ ਸਾਰੀ ਚੀਜ਼ਾਂ ਭਾਰਤ ਵਿੱਚ ਹੀ ਹੌਲੀ ਹੌਲੀ ਬਣਾਈਏ। ਪਰ ਇਹ ਇਕੱਲੇ ਭਾਰਤ ਵਿੱਚ ਨਹੀਂ ਹੋ ਰਿਹਾ, ਇਹ ਸਾਰੀ ਦੁਨੀਆ ਵਿੱਚ ਹੋ ਰਿਹਾ, ਕਿਉਂਕਿ ਸਾਰੀ ਦੁਨੀਆ ਨੂੰ ਅਚਾਨਕ ਅਹਿਸਾਸ ਹੋਇਆ ਕਿ ਆਪਾਂ ਨਹੀਂ ਕਿਸੇ ਹੋਰ ਉੱਤੇ ਡਿਪੈਂਡ ਕਰ ਸਕਦੇ ਆ ਸਾਰੀਆਂ ਚੀਜ਼ਾਂ ਨੂੰ ਲੈ ਕੇ, ਤਾਂ ਆਪਾਂ ਨੂੰ ਖੁਦ ਬਣਾਉਣੀਆਂ ਜ਼ਰੂਰੀ ਹੈ ਆਪਣੇ ਦੇਸ਼ ਲਈ। ਇਸੇ ਲਈ ਆ ਤੁਹਾਡਾ ਸਾਰਾ ਦਾ ਸਾਰਾ ਮਤਲਬ ਇਸ ਸਾਲ ਦਾ ਇਹ ਮੁੱਦਾ ਸੀਗਾ, ਇਹਦੇ ਚੱਲਦੇ ਸਾਰੇ ਮੁੱਦੇ ਸੀ। ਇੱਥੇ ਹੀ ਸਾਰੇ ਪੁਆਇੰਟ ਇਹਦੇ ਅੰਦਰ ਲਿਖੇ ਆ, ਠੀਕ ਹੈ, ਤਾਂ ਇਹੀ ਦੇਸ਼ਾਂ ਬਾਰੇ ਲਿਖਿਆ ਹੋਇਆ। ਜਿਹੜੀ ਦੂਜਾ ਆਪਣਾ ਕਰੰਟ ਅਫੇਅਰ ਆ ਉਹ ਹੈਗਾ ਮਹਿੰਗਾਈ ਬਾਰੇ। ਹੁਣ ਮਹਿੰਗਾਈ ਹੁੰਦੀ ਕੀ ਆ? ਮਹਿੰਗਾਈ ਵੈਸੇ ਤਾਂ ਆਪਾਂ ਸਾਰਿਆਂ ਨੇ ਸੁਣਿਆ ਹੋਇਆ ਕਿ ਜਦੋਂ ਅੱਜ ਕੱਲ ਮਹਿੰਗਾਈ ਹੋ ਰਹੀ ਹੈ, ਇਹ ਸਾਰੀ ਚੀਜ਼ਾਂ। ਹੁਣ ਜਦੋਂ ਆਪਾਂ ਇਕੋਨਮੀ ਦੀ ਗੱਲ ਕਰੀਏ, ਜਦੋਂ ਆਪਣੀ ਪੂਰੀ ਆਰਥਿਕ ਸਥਿਤੀ ਦੀ ਗੱਲ ਕਰੀਏ, ਉਦੋਂ ਮਹਿੰਗਾਈ ਇੱਕ ਟੈਕਨੀਕਲ, ਜਿਹਨੂੰ ਭਾਸ਼ਾ 'ਚ ਕਹਿੰਦੇ ਆ ਕਿ ਇਹਨੂੰ ਟੈਕਨੀਕਲ ਭਾਸ਼ਾ ਵਿੱਚ ਕੀ ਕਵਾਂਗੇ, ਤਕਨੀਕੀ ਭਾਸ਼ਾ ਵਿੱਚ। ਦੇਖੋ ਮਹਿੰਗਾਈ ਜਿਹੜੀ ਹੁੰਦੀ ਹੈ ਨਾ, ਉਹ 2 ਚੀਜ਼ਾਂ ਉੱਤੇ ਨਿਰਭਰ ਕਰਦੀ ਹੈ। ਉਹ ਹੈਗੀ ਆ ਤੁਹਾਡੀ ਮੰਗ ਕਿੰਨੀ ਹੈ ਤੇ ਪਿੱਛੋਂ ਦੀ ਸਪਲਾਈ ਕਿੰਨੀ ਆ ਰਹੀ ਹੈ ਕਿਸੇ ਚੀਜ਼ ਦੀ। ਕਿਸੇ ਚੀਜ਼ ਦੀ ਮੰਗ ਕਿੰਨੀ ਹੈ, ਕਿਸੇ ਚੀਜ਼ ਦੀ ਸਪਲਾਈ ਕਿੰਨੀ ਹੈ। ਦੇਖੋ ਮਹਿੰਗਾਈ ਹੋਣ ਦੇ ਇਹੀ 2 ਕਾਰਨ ਹੋ ਸਕਦੇ ਹਮੇਸ਼ਾ। ਪੂਰੀ ਦੀ ਪੂਰੀ ਆਰਥਿਕ ਜਿਹੜੀ ਤੁਹਾਡੀ ਪੂਰੀ ਵਿਵਸਥਾ ਬਣੀ ਹੋਈ ਹੈ, ਪੂਰਾ ਜਿਹੜਾ ਆਪਣਾ ਦੇਸ਼ ਚੱਲ ਰਿਹਾ, ਇਕੋਨਮੀ ਚੱਲ ਰਹੀ ਹੈ, ਉਹ ਇਹ 2 ਮੂਲ ਸਿਧਾਂਤਾਂ ਤੇ ਹੀ ਚੱਲਦੀ ਹੈ, ਮੰਗ ਤੇ ਜਿਹੜੀ ਉਹਦੀ ਸਪਲਾਈ ਹੈ। ਹੁਣ ਦੇਖੋ ਜੇ ਤੁਸੀਂ ਮਾਰਕੀਟ ਵਿੱਚ, ਮੈਂ ਇਹ ਕਹਿਣਾ ਕਿ ਕੋਈ ਨਵਾਂ ਫੋਨ ਆਇਆ, ਉਹ ਨਵੇਂ ਫੋਨ ਨੂੰ ਲੋਕੀ ਖਰੀਦਣ ਲਈ ਪਾਗਲ ਹੋਏ ਫਿਰਦੇ ਆ
कि कितों मिल जे बस ले लांगे, तो थोनू लगदा वो कंपनी फोन सस्ते च वेचूगी? कदी भी नहीं वेचण वाली। जे हुण थोड़े जिवें आपां एग्जाम्पल ही ला लें, जिहड़ा हुण थोड़ा एप्पल है, हुण एप्पल नूं पता कि मेरे दुनिया भर विच इन्ने ज्यादा फोन विकण वाले आ, हद तो ज्यादा फोन विकण वाले आ कि जनता कमली हुई है, हर कोई लैण नूं फिरदा है, तो मैं क्यों उसे फोन नूं 30-40 हज़ार च वेचां जदों ਉਹਨੂੰ खरीदण वाले 1.5 ਲੱਖ भी देण नूं तैयार है। तो अगले कहते कि 1.5 ਲੱਖ लवांगे। ये हुंदी है महंगाई। किस तरीके नाल? क्योंकि तुसी मंग इन्नी ज्यादा वधाई हुई है, ਉਹਦੀ डिमांड इन्नी ज्यादा वधाई हुई है कि जदों तुसी हर रेट ते खरीदण नूं तैयार हो तो अगले क्यों नहीं वेचणगे। हुण ਇਹਦਾ एक छोटा जिहा एग्जाम्पल लैने आ, जिवें हुण लगा लो कि थोड़ियां 2 कोका कोला दीयां बोतलां सी, तुसी एक दुकान गए, उत्थे 2 कोका कोला दीयां बोतलां पईयां सी, मतलब तुसी नहीं गए, 3 बंदे गए, एक ना आपां A B C 3 बंदे गए। कोक दी बोतल दा आम दिनां च रेट सीगा 5 रुपए दी, ठीक है। वो दुकानदार कोले इक्को कोक दी बोतल रह गई है, 5 रुपए दी बोतल बेचदा सी वो। ਇਹ ਹੁਣ ਤਿੰਨੋਂ ਬੰਦੇ ਉਸ ਦੁਕਾਨਦਾਰ ਕੋਲੇ ਗਏ, ਤੁਸੀਂ ਦੁਕਾਨਦਾਰ ਹੋ, ਤੁਸੀਂ ਦੱਸਣਾ ਕੀ ਹੋਊਗਾ। ਇਹ ਤਿੰਨੋਂ ਬੰਦੇ ਦੁਕਾਨਦਾਰ ਕੋਲੇ ਗਏ ਆ, A ਕੋਲੇ ਪੂਰੇ 5 ਰੁਪਏ ਲੈ ਕੇ ਗਿਆ ਸੀ, B ਕੋਲੇ 7 ਰੁਪਏ ਆ ਤੇ ਇਹਦੇ ਕੋਲੇ 15 ਰੁਪਏ, ਠੀਕ ਹੈ, ਇਹਦੇ ਕੋਲੇ 15 ਰੁਪਏ। ਤਾਂ ਹੁਣ ਜੇ ਇਹ 3 ਅੱਡ-ਅੱਡ ਰੇਟ ਹੈ ਤੇ ਖਰੀਦਣ ਲਈ ਬੋਤਲ ਇੱਕੋ ਹੀ ਹੈ ਤੇ ਤਿੰਨਾਂ ਨੇ ਲੈ ਕੇ ਜਾਣਾ ਹੈ, ਤੁਸੀਂ ਦੁਕਾਨਦਾਰ ਹੋ, ਤੁਸੀਂ ਕਿਹਨੂੰ ਵੇਚੋਗੇ ਤੇ ਕਿੰਨੇ ਵਿੱਚ ਵੇਚੋਗੇ? आई थिंक सर सी ਨੂੰ ਵੇਚਾਂਗੇ, ਕਿਉਂਕਿ ਉਹ 15 ਰੁਪਏ ਦੀ ਜੇ ਸਾਨੂੰ ਦਊਗਾ ਕੋਸਟ, 15 ਰੁਪਏ ਲੈ ਲਾ ਮੈਨੂੰ ਬੋਤਲ ਦੇ ਦਿੱਤੇ, ਅਸੀਂ ਸੀ ਨੂੰ ਹੀ ਦਵਾਂਗੇ। ਬਿਲਕੁਲ। ਹੁਣ ਤੁਸੀਂ, ਤੁਹਾਡੇ ਕੋਲ ਇੱਕੋ ਸਮਾਨ ਸੀ, ਖਰੀਦਣ ਲਈ ਤਿੰਨੋਂ ਤਿਆਰ ਹੈ, ਤੁਸੀਂ ਦੇਖੋਗੇ ਕਿਹੜਾ ਬੰਦਾ ਮੈਨੂੰ ਸਭ ਤੋਂ ਜ਼ਿਆਦਾ ਪੈਸੇ ਦੇ ਸਕਦਾ ਹੈ। 5 ਰੁਪਏ ਤਾਂ ਤਿੰਨੋਂ ਹੀ ਦੇ ਸਕਦੇ ਆ, ਤਾਂ ਫਿਰ 5 ਚ ਵੀ ਫੈਸਲਾ ਨਹੀਂ ਹੋਇਆ, 7 ਵਿੱਚ ਵੀ 2 ਚ ਵੰਡਿਆ ਗਿਆ। ਹੁਣ ਘੱਟੋ ਘੱਟ 8 ਰੁਪਏ ਦਾ ਤਾਂ ਮਾਰਜਨ ਰਹਿ ਹੀ ਗਿਆ, ਤੇ ਸੀ ਸਭ ਕੁਝ ਲਾ ਦੂਗਾ ਤਾਂ 15 ਰੁਪਏ। ਜੇ 15 ਚ ਆਪਾਂ ਕਹਿੰਦੇ ਕਿ ਉਹਨੇ 15 ਚ ਹੀ ਖਰੀਦਿਆ, ਤਾਂ ਦੇਖੋ ਰੇਟ 3 ਗੁਣਾ ਹੋ ਗਿਆ ਉਹਦੇ ओरिजिनल ਤੋਂ। ਇਹ ਜਿਹੜਾ ਦਾਮ ਵਧਿਆ, ਇਹੀ ਤਾਂ ਮਹਿੰਗਾਈ ਹੈ, ਕਿਉਂਕਿ ਪਿੱਛੋਂ ਇੰਨੀਆਂ ਬੋਤਲਾਂ ਆ ਨਹੀਂ ਰਹੀਆਂ ਸੀ ਜਿੰਨੀਆਂ ਖਰੀਦਣ ਵਾਲੇ ਆ ਗਏ। ਹੁਣ ਜੇ ਤਾਂ ਤੁਸੀਂ ਮਹਿੰਗਾਈ ਨੂੰ ਉੱਥੇ ਰੋਕਣਾ ਚਾਹੁੰਦੇ ਹੋ, ਤਾਂ ਜੇ 3 ਬੰਦੇ ਖਰੀਦਣ ਵਾਲੇ ਤਾਂ 3 ਹੀ ਬੋਤਲਾਂ ਆਣ। ਪਰ ਇਹ ਬਹੁਤ ਹੀ, ਜਿਹਨੂੰ ਕਹਿੰਦੇ ਕਿ ਬਹੁਤ ਹੀ ਖਿਆਲੀ ਆਪਣੀ ਸੋਚ ਹੈ ਕਿ ਆਪਾਂ ਨੂੰ ਪਤਾ ਹੋਊਗਾ ਕਿ 3 ਹੀ ਵੇਚਣੀ ਹੈ, 3 ਹੀ ਬਣਾਈਏ। ਕਿਸੇ ਨੂੰ ਨਹੀਂ ਪਤਾ ਹੁੰਦਾ ਕਿੰਨੀਆਂ ਵਿਕਣਗੀਆਂ, ਕਿੰਨੀਆਂ ਬਣਾਈਏ। ਤਾਂ ਇਹਦੇ ਚੱਲਦੇ ਹੋਏ ਆਪਾਂ ਨੂੰ ਅੱਡ-ਅੱਡ ਇਹ ਦੇਖਣਾ ਪੈਂਦਾ ਹੈ ਕਿ ਕਿੰਨਾ ਹੋ ਸਕਦਾ, ਮਤਲਬ ਕਿੰਨਾ ਕਿੰਨਾ। ਕਈ ਵਾਰੀ ਕੀ ਹੁੰਦਾ, ਘੱਟ ਬੋਤਲਾਂ ਬਣ ਜਾਂਦੀ ਹੈ, ਲੈਣ ਵਾਲੇ ਜ਼ਿਆਦਾ ਹੈ। ਕਈ ਵਾਰੀ ਜੇ ਹੁਣ ਇਹਦਾ ਦੂਜੇ ਪਾਸੇ ਲਗਾ ਲਈਏ ਤਾਂ ਰੇਟ ਗਿਰਦੇ ਕਿੱਦਾਂ। ਜੇ ਹੁਣ ਬੋਤਲਾਂ ਹੱਦ ਤੋਂ ਜ਼ਿਆਦਾ ਬਣ ਗਈਆਂ, ਮੈਂ ਕਹਿੰਦਾ 300 ਬੋਤਲਾਂ ਬਣ ਗਈਆਂ, ਖਰੀਦਣ ਵਾਲੇ ਹੁਣ ਸਿਰਫ 3 ਹੈ, ਤਾਂ ਕੀ ਹੋਊਗਾ, ਇਹਦਾ ਦਾਮ ਹੋਰ ਥੱਲੇ ਗਿਰੂਗਾ ਕਿ ਬਸ ਇਹ ਨਿਕਲ ਜੇ ਇੱਥੋਂ ਸਮਾਨ। ਇਸੇ ਲਈ ਮੰਗ ਜਿਹੜੀ ਹੈ ਇਸ ਤਰੀਕੇ ਨਾਲ ਕਿ ਤੁਸੀਂ ਜਿਹੜੀ ਚੀਜ਼ ਦੇ ਜਿੰਨਾ ਜ਼ਿਆਦਾ ਮੰਗ ਕਰੋਗੇ ਮਾਰਕੀਟ 'ਚ, ਮਤਲਬ ਤੁਸੀਂ ਇਕੱਲੇ ਨਹੀਂ, ਪੂਰੇ ਮਤਲਬ ਆਪਣੀ ਜਿੰਨੀ ਵੀ ਆਬਾਦੀ ਹੈ, ਜਿੰਨੀ ਜਿਹੜੀ ਚੀਜ਼ ਦੀ ਜ਼ਿਆਦਾ ਮੰਗ ਹੋਊਗੀ ਉਹ ਚੀਜ਼ ਆਪਣੇ ਆਪ ਮਹਿੰਗੀ ਹੋ ਜੂਗੀ, ਜੇ ਉਹਦੀ ਪਿੱਛੋਂ ਦੀ ਸਪਲਾਈ ਪੂਰੀ ਨਹੀਂ ਹੈ। ਹੁਣ ਸਪਲਾਈ ਵੱਲੋਂ ਵੀ ਮਹਿੰਗਾਈ ਵੱਧ ਸਕਦੀ ਹੈ, ਉੱਥੋਂ ਦੀ ਮਹਿੰਗਾਈ 2 ਤਰੀਕੇ ਨਾਲ ਵੱਧ ਸਕਦੀ ਹੈ। ਇੱਕ ਪਾਸੇ ਹੈਗਾ ਤੁਹਾਡਾ ਜਿਹੜੀ ਚੀਜ਼ ਨਾਲ ਉਹ ਬਣ ਰਹੀ ਹੈ, ਜਿਹੜੀ ਸਮੱਗਰੀ ਨਾਲ ਉਹ ਬਣ ਰਹੀ ਹੈ, ਉਹ ਮਹਿੰਗੀ ਹੋ ਜਾਏ। ਹੁਣ ਮੈਂ ਕਹਿੰਦਾ ਕਿ ਆਪਾਂ ਇੱਕ ਐਗਜ਼ਾਮਪਲ ਇਹਦਾ ਵੀ ਲੈਣੇ ਕਿ ਬ੍ਰੈਡ ਮਹਿੰਗੀ ਹੋਈ ਜਾਂਦੀ ਹੈ। ਆਪਾਂ ਇਹ ਵੀ ਲਾ ਲੈਣੇ ਕਿ ਦੇਖੋ ਪਹਿਲਾਂ ਖਾਣ ਵਾਲੇ ਦਿਨ ਵਿੱਚ ਬ੍ਰੈਡ ਖਾਣ ਵਾਲੇ ਲੱਖ ਬੰਦਾ ਸੀ, ਅੱਜ ਵੀ ਲੱਖ ਹੀ ਬੰਦਾ ਹੈ, ਤਾਂ ਇਹ ਬ੍ਰੈਡ ਹੁਣ 20 ਰੁਪਏ ਤੋਂ ਵੱਧ ਕੇ 30 ਰੁਪਏ ਦੀ ਕਿਉਂ ਹੋ ਰਹੀ ਹੈ? ਜੇ ਖਾਣ ਵਾਲੇ ਉਨਾ ਹੀ ਹੈ, ਮੰਗ ਤਾਂ ਵੱਧ ਨਹੀਂ ਰਹੀ। ਤਾਂ ਗੱਲ ਇਹ ਵੀ ਹੋ ਸਕਦੀ ਹੈ ਕਿ ਜਿਹੜੀ ਚੀਜ਼ਾਂ ਤੋਂ ਬ੍ਰੈਡ ਬਣ ਰਹੀ ਹੈ ਜਾਂ ਜਿੱਥੇ ਉਹ ਬ੍ਰੈਡ ਬਣ ਰਹੀ ਹੈ ਉੱਥੇ ਕੋਈ ਪ੍ਰੋਬਲਮ ਆ ਗਈ ਹੈ। ਹੁਣ ਜੇ ਕੰਪਨੀ ਨੂੰ ਪਿੱਛੋਂ ਦੀ ਜਿਹੜਾ ਸਾਰਾ ਸਮਾਨ ਹੈ, ਚਾਹੇ ਉਹ ਕੋਈ ਚੀਨੀ ਹੋ ਗਈ, ਚਾਹੇ ਤੁਹਾਡਾ ਆਟਾ ਹੋ ਗਿਆ, ਕੁਝ ਵੀ ਹੋ ਗਿਆ, ਜੇ ਉਹਨਾਂ ਨੂੰ ਉਹੀ ਮਹਿੰਗਾ ਪੈ ਰਿਹਾ ਹੈ, ਉਹ ਥੋੜੀ ਆਪਣੀ ਜੇਬ ਉੱਤੇ ਲੈਣਗੇ, ਉਹ ਸਾਰਾ ਚੱਕ ਕੇ ਤੁਹਾਡੇ ਤੇ ਪਾ ਦੇਣਗੇ। ਇਦਾਂ ਹੀ
ਜੇ ਕਿਸੇ ਫੈਕਟਰੀ ਵਿੱਚ ਹੁਣ ਉਹੀ ਬ੍ਰੈਡ ਦੀ ਫੈਕਟਰੀ ਲਗਾ ਲੈਂਦੇ ਆ, ਜੇ ਉੱਥੇ ਜਿਹੜੇ ਮਜ਼ਦੂਰ ਸੀਗੇ ਉਹਨਾਂ ਨੇ ਕਿਹਾ ਸਾਡੀ ਤਨਖਾਹ ਵਧਾ ਦਿਓ, ਤਾਂ ਹੁਣ ਉਹਨਾਂ ਨੂੰ ਉੱਥੇ ਮਜ਼ਦੂਰੀ ਮਹਿੰਗੀ ਪੈਣ ਲੱਗ ਗਈ ਨਾ। ਉਹ ਜਿਹੜੀ ਕੰਪਨੀ ਸੀ ਉਹਨੂੰ ਮਜ਼ਦੂਰੀ ਹੁਣ ਮਹਿੰਗੀ ਪੈ ਰਹੀ ਹੈ। ਜਿਹੜੀ ਕੰਪਨੀ ਨੂੰ ਹੁਣ ਮਜ਼ਦੂਰੀ ਮਹਿੰਗੀ ਪੈ ਰਹੀ ਹੈ ਉਹ ਕਿਉਂ ਆਪਣੇ ਸਿਰ ਤੇ ਲੈਣਗੇ? ਉਹ ਕੀ ਕਰਦੇ? ਉਹ ਸਾਰਾ ਕੁਝ ਚੱਕ ਕੇ ਜਿਹਨੇ ਖਰੀਦਣਾ ਉਹਦੇ ਉੱਤੇ ਪਾ ਦਿੰਦੇ ਆ ਕਿ ਸਾਰੀ ਚੀਜ਼ਾਂ ਦੇ 2-2 3-3 ਰੁਪਏ ਹੋਰ ਵਧਾ ਦਿਓ। ਉਹ ਹੋਇਆ ਕੀ ਹੁੰਦਾ ਪਿੱਛੇ ਕੰਪਨੀ 'ਚ ਕਿਤੇ ਨਾ ਕਿਤੇ ਜਾਂ ਤਾਂ ਕੋਈ ਸਮੱਗਰੀ ਮਹਿੰਗੀ ਹੋ ਗਈ ਹੈ ਜਾਂ ਲੇਬਰ ਕਹਿੰਦੀ ਹੈ ਸਾਨੂੰ ਹੋਰ ਜ਼ਿਆਦਾ ਸੈਲਰੀ ਦਿਓ, ਤਨਖਾਹ ਹੋਰ ਦਿਓ, ਤਾਂ ਜੋ ਵੀ ਹੋਊਗਾ ਉਹਦਾ ਖਰਚਾ ਥੱਲੇ ਪਾ ਦਿੱਤਾ ਜਾਊਗਾ। ਇਹ ਦੋ ਚੀਜ਼ਾਂ ਕਾਰਨ ਤੁਹਾਡੀ ਮਹਿੰਗਾਈ ਹੁੰਦੀ ਹੈ। ਤੁਹਾਡੀ ਇਕਨੋਮੀ ਦਾ ਕੋਈ ਵੀ ਕੁਐਸਚਨ ਤੁਸੀਂ ਪੇਪਰ 'ਚ ਅਟੈਂਪਟ ਕਰਨਾ ਹੈ, ਜਿਹੜੇ ਕਨਸੈਪਟ ਦੇ ਹੁੰਦੇ ਆ ਉਹਨਾਂ ਨੂੰ ਇਹ ਦੋ ਮੂਲ ਸਿਧਾਂਤਾਂ ਉੱਤੇ ਉਸ ਕੁਐਸਚਨ ਨੂੰ ਰੱਖ ਕੇ ਦੇਖ ਲਓ, ਮੰਗ ਕੀ ਹੈ ਤੇ ਸਪਲਾਈ ਕੀ ਹੈ, ਤੁਹਾਨੂੰ ਆਨਸਰ ਆਪਣੇ ਮਿਲ ਜੂਗਾ ਉਹਦਾ। ਠੀਕ ਹੈ, ਇਹੀ ਸਾਰਾ ਕੁਝ ਇੱਥੇ ਲਿਖਿਆ ਹੋਇਆ। ਹਾਂ, ਭਾਰਤੀ ਮਿਆਰਿਆਂ ਦਾ ਬਿਊਰੋ, ਜਿਹਨੂੰ ਆਪਾਂ ਇੰਗਲਿਸ਼ ਕਹਿੰਦੇ ਆ ਬਿਊਰੋ ਆਫ ਇੰਡੀਅਨ ਸਟੈਂਡਰਡਸ, ਇੰਡੀਅਨ ਸਟੈਂਡਰਡਸ। ਦੇਖੋ ਆਪਾਂ ਕਈ ਵਾਰੀ ਤੁਸੀਂ ਕੋਈ ਵੀ ਸਮਾਨ ਮਾਰਕੀਟ ਚੋਂ ਲੈਣ ਨੂੰ ਜਾਂਦੇ ਹੋ, ਚਲੋ ਜਿਵੇਂ ਹੈਲਮਟ ਹੀ ਹੋ ਗਿਆ, ਉਹਨਾਂ ਦੇ ਪਿੱਛੇ ਇੱਕ ਮਾਰਕ ਲੱਗਿਆ ਹੁੰਦਾ ਨਾ ISI, ਉਹ 5 ਵਰਗਾ ਬਣਾਤਾ ਮੈਂ, ISI, ਜਿਹਨੂੰ ਆਪਾਂ ਕਹਿੰਦੇ ਆ ਕਿ ਆਪਾਂ ਸਮਾਨ ਉਹੀ ਖਰੀਦੀਏ ਜਿਹੜਾ ISI ਮਾਰਕਡ ਹੋਵੇ। ਜਦੋਂ ਤੁਸੀਂ ਆਹ ਕੋਈ ਵੀ ਸੋਨਾ ਜਾਂ ਜੁਐਲਰੀ ਲੈਣ ਜਾਂਦੇ ਹੋ ਤੁਸੀਂ ਹਮੇਸ਼ਾ ਦੇਖਦੇ ਹੋ ਕਿ ਇਹ ਹਾਲਮਾਰਕ ਹੈਗਾ ਜਾਂ ਨਹੀਂ ਹੈਗਾ। ਹੁਣ ਇਹ ਸਾਰੀਆਂ ਚੀਜ਼ਾਂ ਹੈ ਕਿ ਇੱਕ ਉਦੋਂ ਵੀ ਸਿੰਪਲ ਚੀਜ਼ ਲਗਾ ਲਓ, ਤੁਸੀਂ ਮਾਰਕੀਟ ਜਾ ਰਹੇ ਹੋ, ਤੁਹਾਨੂੰ ਕੀ ਪਤਾ ਜਿਹੜੀ ਤੁਸੀਂ ਚੀਜ਼ ਖਰੀਦ ਰਹੇ ਹੋ ਐਕਚੁਅਲੀ 1 ਲੀਟਰ ਹੈਗੀ ਹੈ ਜਾਂ ਨਹੀਂ। ਤੁਸੀਂ ਆਪਣੇ ਵੱਲੋਂ ਤਾਂ 1 ਲੀਟਰ ਲੈ ਰਹੇ ਹੋ, ਕਿ ਉਹ ਇੱਕ ਚੀਜ਼ ਤੁਹਾਨੂੰ ਕਿੱਦਾਂ ਪਤਾ ਕਿ ਆਹੀ 1 ਲੀਟਰ ਹੁੰਦਾ? ਮੈਂ ਤੁਹਾਨੂੰ ਇੱਕ ਛੋਟੀ ਸ਼ੀਸ਼ੀ ਵਿੱਚ ਦੁੱਧ ਪਾ ਕੇ ਦੇ ਦਾਂ ਤੇ ਮੈਂ ਕਹਾਂ ਕਿ ਆਹ 1 ਲੀਟਰ ਦਾ ਦੁੱਧ ਹੈ, ਆਹ 70-80 ਰੁਪਏ ਜੋ ਵੀ ਹੈ ਦੇ ਜਾਓ, ਤਾਂ ਹੁਣ ਤੁਸੀਂ ਮੰਨ ਲਓਗੇ ਕਿ ਇੰਨਾ ਕੋ ਜਿਹੜਾ ਦੁੱਧ ਆ ਉਹ 1 ਲੀਟਰ ਹੈਗਾ? ਤੁਸੀਂ ਨਹੀਂ ਮੰਨੋਗੇ ਕਿਉਂਕਿ ਤੁਹਾਨੂੰ ਥੋੜਾ ਜਿਹਾ ਅੰਦਾਜ਼ਾ ਹੈ। ਪਰ ਹੁਣ ਕੰਪਨੀਆਂ ਤਾਂ ਪਿੱਛੋਂ ਦੀ ਪੈਕੇਟ, ਤੁਹਾਡੀਆਂ ਬੋਤਲਾਂ, ਇਹ ਸਭ ਕੁਝ ਬਣਾ ਕੇ ਭੇਜਦੀ ਹੈ। ਉਹਨਾਂ ਨੂੰ ਕਿੱਦਾਂ ਪਤਾ ਚੱਲਦਾ ਕਿ ਜਿਹੜੀ ਇਹਦੇ ਅੰਦਰ ਸਮਾਨ ਹੈ ਇਹ 1 ਲੀਟਰ ਹੈਗਾ ਜਾਂ ਨਹੀਂ? ਜਾਂ ਸਰਕਾਰ ਨੇ ਜੇ ਦੇਖਣਾ ਹੈ, ਕੋਈ ਤੁਸੀਂ ਸਬਜ਼ੀ ਖਰੀਦਣ ਗਏ ਹੋ ਆਪਣਾ weight ਰੱਖਦੇ ਆ ਨਾ ਉਹਦੇ ਉੱਤੇ, ਉਹ ਜਿਹੜਾ weight ਹੈ ਉਹ ਐਕਚੁਅਲੀ 1 ਕਿਲੋ ਹੈਗਾ ਜਾਂ ਨਹੀਂ ਹੈ, 500 ਗ੍ਰਾਮ ਹੈਗਾ ਜਾਂ ਨਹੀਂ ਹੈ, ਜਿਹੜਾ ਉਹ ਲੋਹੇ ਦਾ ਉਹਨਾਂ ਕੋਲ weight ਹੁੰਦਾ ਹੈ। ਉਹਦੇ ਲਈ ਕੀ ਹੁੰਦਾ ਹੈ, ਸਰਕਾਰ ਦੀ ਜਿਹੜੀ ਆ ਆਰਗੇਨਾਈਜੇਸ਼ਨ ਆ ਬਿਊਰੋ ਆਫ ਇੰਡੀਅਨ ਸਟੈਂਡਰਡਸ, ਭਾਰਤ ਮਿਆਰਿਆਂ ਦਾ ਬਿਊਰੋ ਜਿਹੜਾ ਹੈਗਾ, ਇਹ ਕਰਦਾ ਕੀ ਹੈ, ਇਹਨੇ ਨਾ ਪੂਰੇ ਭਾਰਤ ਲਈ ਹਰ ਸਮਾਨ ਲਈ ਸਟੈਂਡਰਡ ਬਣਾ ਕੇ ਰੱਖਦੇ ਆ, ਮਿਆਰੇ ਬਣਾ ਕੇ ਰੱਖਦੇ ਆ ਕਿ ਆਹ ਸਮਾਨ ਜਿਹੜਾ ਮਤਲਬ 1 ਲੀਟਰ ਹੈ, 1 ਲੀਟਰ ਕਿੰਨਾ ਹੋਣਾ ਚਾਹੀਦਾ। ਉਹਨਾਂ ਨੇ ਕੀ ਕੀਤਾ, ਕਿਸੇ ਇੱਕ ਲਿਕੁਇਡ ਨੂੰ ਲੈਂਦੇ ਹੁੰਦੇ ਆ, ਉਹਦਾ ਜੋ 1 ਲੀਟਰ ਹੋਊਗਾ ਉਹਨੂੰ ਮੇਜਰ ਕਰਕੇ ਦੱਸਦੇ ਕਿ ਆਹੀ 1 ਲੀਟਰ ਹੋਣਾ ਚਾਹੀਦਾ। ਠੀਕ ਹੈ, ਜਿਵੇਂ ਹਰ ਚੀਜ਼ ਦਾ ਮਤਲਬ ਸਟੈਂਡਰਡ ਫਿਕਸ ਕਰ ਦਿੱਤਾ ਗਿਆ। ਕਈ ਵਾਰੀ ਉਹ ਤੁਹਾਡੀ ਕੈਲਕੂਲੇਸ਼ਨ ਤੋਂ ਵੀ ਜ਼ਿਆਦਾ ਹੁੰਦਾ, ਕਈ ਵਾਰੀ ਘੱਟ ਹੁੰਦਾ। ਹੁਣ ਜਿਵੇਂ ਤੁਸੀਂ ਅੱਜ ਕੱਲ ਜਿਹੜਾ ਆਪਾਂ ਉਹ ਜਿਵੇਂ ਕੇਕ ਹੀ ਖਰੀਦਣ ਜਾਂਦੇ ਆ, ਹੁਣ ਆਪਾਂ ਕੇਕ ਜਦੋਂ ਬੋਲਦੇ ਆ ਆਪਾਂ ਉਹਨੂੰ ਕਹਿੰਦੇ ਆ ਅੱਧਾ ਕਿਲੋ ਲੈਣਾ ਜਾਂ ਕਿਲੋ ਦਾ ਕੇਕ ਲੈਣਾ। ਕਿਲੋ ਦਾ ਕੇਕ ਨਾ ਐਕਚੁਅਲੀ ਕਦੀ ਕਿਲੋ ਦਾ ਨਹੀਂ ਹੁੰਦਾ, ਮਤਲਬ ਉਹ ਤੋਂ ਵੱਧ ਹੀ ਹੁੰਦਾ। ਇੱਕ ਜਿਹੜਾ ਕਿਲੋ ਦਾ ਕੇਕ ਹੈ ਨਾ ਉਹ ਘੱਟੋ ਘੱਟ 1100 ਜਾਂ 1200 ਗ੍ਰਾਮ ਹੋਊਗਾ, ਉਹ 1 ਕਿਲੋ ਤੋਂ ਜ਼ਿਆਦਾ ਹੁੰਦਾ। ਠੀਕ ਹੈ, ਉਹ ਕਿਉਂਕਿ ਕਿਲੋ ਦਾ ਉਹਦੇ ਮੁਤਾਬਿਕ ਮਤਲਬ ਹੈ ਜਿਹੜਾ ਥੱਲੇ ਸਿਰਫ ਬੇਸ ਬਣਿਆ, ਉਹਦੇ ਉੱਤੇ ਜਿਹੜੀ ਕਰੀਮ ਲੱਗੀ ਹੈ ਉਹਦਾ weight ਅੱਡ ਹੁੰਦਾ। ਤਾਂ ਹਰ ਚੀਜ਼ ਦਾ ਇਦਾਂ ਇੱਕ ਸਟੈਂਡਰਡ ਫਿਕਸ ਕੀਤਾ ਗਿਆ। ਹੁਣ ਸੋਨਾ ਆਪਾਂ ਕਈ ਵਾਰੀ ਜਾ ਕੇ ਹੁਣ ਆਪਾਂ ਚੈੱਕ ਕਰਾਉਂਦੇ ਆ ਕਿ ਇਹ ਸੋਨਾ ਅਸਲੀ ਹੈ ਜਾਂ ਨਕਲੀ ਹੈ। ਹੁਣ ਸੋਨੇ ਦੀ ਆਪਾਂ ਫਿਰ ਪਿਓਰਿਟੀ ਉਹ ਦੱਸਦੇ ਆ ਕਿ 24 ਕੈਰਟ ਦੇ ਕਿੰਨਾ ਕੋਲੇ ਲੱਗਦਾ, ਪਰ ਹੁਣ 24 ਕੈਰਟ ਸੋਨਾ ਹੈ ਕਿ ਉਹ ਜਿਹੜਾ ਸਟੈਂਡਰਡ ਹੈ ਜਿਹੜਾ ਫਿਕਸ ਕੀਤਾ ਹੋਇਆ ਉਹ ਬਿਊਰੋ ਆਫ ਇੰਡੀਅਨ ਸਟੈਂਡਰਡ ਨੇ ਫਿਕਸ ਕੀਤਾ। ਉਹ ਕੀ ਕਰਦੇ, ਇੱਕ ਸੋਨੇ ਦੀ ਬ੍ਰਿਕ ਜਾਰੀ ਕਰਦੇ ਆ, ਜਿਹੜਾ ਵੀ ਤੁਹਾਡੇ ਕੋਲ ਸੁਨਿਆਰ ਹੋਊਗਾ ਜਿਹਦੇ ਕੋਲ ਤੁਸੀਂ ਜਾਣੇ ਆ, ਉਹਨਾਂ ਕੋਲ ਇੱਕ ਸੋਨੇ ਦਾ ਨਾ ਛੋਟੀ ਬ੍ਰਿਕ ਹੁੰਦੀ ਹੈ, ਉਹਦੇ ਅਗੇਨ ਜਿਹੜੀ ਮਸ਼ੀਨ ਹੁੰਦੀ ਹੈ ਨਾ ਉਹ ਦੋਨਾਂ ਨੂੰ ਕੰਪੇਅਰ ਕਰਦੀ ਹੈ
ਉਹ ਸੈਂਪਲ ਜਿਹੜਾ ਬਿਊਰੋ ਆਫ ਇੰਡੀਅਨ ਸਟੈਂਡਰਡ ਤੋਂ ਉਹਨਾਂ ਨੇ ਖਰੀਦਿਆ ਹੁੰਦਾ ਹੈ, ਤੇ ਜਿਹੜਾ ਤੁਸੀਂ ਸੋਨਾ ਲੈ ਕੇ ਗਏ ਆ ਉਹਦੇ ਸਾਹਮਣੇ ਤੁਹਾਡਾ ਸੋਨਾ ਕਿੰਨਾ ਪਿਓਰ ਹੈ, ਉਹਦੇ ਮੁਤਾਬਿਕ ਉਹ ਪਿਓਰਿਟੀ ਦੱਸਦਾ ਕਿ ਆਹ ਇੰਨੀ ਪਿਓਰਿਟੀ ਹੈ। ਇਸ ਤਰੀਕੇ ਨਾਲ ਆਪਣੇ ਸਭ ਕੁਝ ਫਿਕਸ ਕਰਨ ਵਾਲੀ ਜਿਹੜੀ ਹੈਗੀ ਆ ਬਿਊਰੋ ਆਫ ਇੰਡੀਅਨ ਸਟੈਂਡਰਡ। ਹੁਣ ਇਹਦੇ ਅੰਦਰ ਆਪਣੀ ਕਿਹੜੀਆਂ ਚੀਜ਼ਾਂ ਕਵਰ ਹੁੰਦੀਆਂ, ਸਾਰੀਆਂ ਚੀਜ਼ਾਂ, ਈਵਨ ਸਾਬੁਨ ਤੱਕ ਜਿਹੜੇ ਹੈਗੇ ਆ ਉਹਨਾਂ ਨੂੰ BSI ਮਾਰਕ ਹੋਣਾ ਚਾਹੀਦਾ, ਉਹਨਾਂ ਨੂੰ ਇੱਕ ਸਟੈਂਡਰਡ ਪੂਰੇ ਕਰਨੇ ਜ਼ਰੂਰੀ ਹੈ। ਤਾਂ ਇਹ ਸਾਰਾ ਤੁਹਾਡਾ ਕਰੰਟ ਅਫੇਅਰ ਇੱਥੇ ਲਿਖਿਆ ਹੈ। ਅਗਲਾ ਜਿਹੜਾ ਚੌਥਾ ਕਰੰਟ ਅਫੇਅਰ ਹੈਗਾ ਉਹ ਹੈਗਾ ਪਰਮਾਣੂ ਜਿਹੜੇ ਅਸਲਾ ਹੈਗਾ ਆਪਣਾ, ਆਰਸਨਲ ਕਹਿ ਲਓ, ਅਸਲਾ ਕਹਿ ਲਓ। ਹੁਣ ਦੁਨੀਆ ਦੀ ਇੱਕ ਨਾ ਰਿਪੋਰਟ ਹੈ ਤੁਹਾਡੀ ਸਟਾਕਹੋਮ, ਹਰ ਸਾਲ ਇਹ ਕੀ ਕਰਦੇ ਆ, ਦੁਨੀਆ ਭਰ ਵਿੱਚ ਕਿੰਨੇ ਦੇਸ਼ ਹੈ ਤੇ ਉਹਨਾਂ ਕੋਲੇ ਕਿੰਨੇ ਤੁਹਾਡੇ ਆਹ ਪਰਮਾਣੂ ਹਥਿਆਰ ਹੈਗੇ ਆ, ਉਹਨਾਂ ਦੀ ਗਿਣਤੀ ਜਾਰੀ ਕਰਦੇ ਆ। ਤਾਂ ਇਹਨਾਂ ਦਾ ਕਹਿਣਾ ਹੈ ਕਿ ਹਰ ਸਾਲ ਤੁਹਾਡੇ ਜਿਹੜੇ ਦੇਸ਼ਾਂ ਕੋਲੇ ਪਰਮਾਣੂ ਹਥਿਆਰ ਹੈਗੇ ਆ ਨਾ ਉਹ ਹੋਰ ਬਣਾਈ ਜਾਂਦੇ ਆ। ਜਿਵੇਂ ਤੁਹਾਡਾ ਭਾਰਤ ਹੀ ਲਗਾ ਲਓ, ਭਾਰਤ ਕੋਲੇ ਇਸ ਸਾਲ 156 ਹੋ ਗਏ, ਪਿਛਲੇ ਸਾਲ 150 ਸੀ। ਇਹੀ ਗੱਲ ਪਾਕਿਸਤਾਨ ਨਾਲ 165 ਹੋ ਗਿਆ, ਪਿਛਲੇ ਸਾਲ 160 ਸੀ। ਠੀਕ ਹੈ, ਚੀਨ 350 ਹੋ ਗਏ ਆ, ਇਹ ਤੋਂ ਪਹਿਲਾਂ 320 ਸੀ। ਤਾਂ ਹਰ ਸਾਲ ਦੁਨੀਆ ਵਿੱਚ ਪਰਮਾਣੂ ਅਸਲਾ ਵੱਧਦਾ ਜਾ ਰਿਹਾ। ਹੁਣ ਇਹਦਾ ਖਤਰਾ ਸਿਰਫ ਇਹ ਦੇਸ਼ਾਂ ਨੂੰ ਨਹੀਂ ਹੈ, ਜੇ ਇਹ ਦੇਸ਼ਾਂ 'ਚ ਬਾਈ ਚਾਂਸ ਕਦੀ ਵੀ ਲੜਾਈ ਛਿੜਕੀ ਤੇ ਇਹਨਾਂ ਵਿੱਚੋਂ ਕਿਸੇ ਨੇ ਵੀ ਇੱਕ ਨੇ ਚਲਾਤਾ, ਦੂਜਾ ਵੀ ਚਲਾਊਗਾ, ਪੂਰੀ ਦੁਨੀਆ ਤਬਾਹ ਹੋਣ ਦਾ ਖਤਰਾ। ਇਸ ਕਾਰਨ ਜੇ ਦੁਨੀਆ 'ਚ ਸ਼ਾਂਤੀ ਬਣਾਉਣੀ ਹੈ, ਬਹੁਤ ਟਾਈਮ ਤੋਂ ਮੰਨਿਆ ਜਾਂਦਾ ਕਿ ਤੁਸੀਂ ਜੇ ਦੁਨੀਆ ਸ਼ਾਂਤੀ ਚਾਹੁੰਦੇ ਹੋ ਤਾਂ ਪਰਮਾਣੂ ਹਥਿਆਰ ਖਤਮ ਕਰਨ ਦੀ ਲੋੜ ਹੈ। ਜਿਹੜੇ ਦੇਸ਼ਾਂ ਕੋਲੇ ਹੁਣ ਪਰਮਾਣੂ ਹਥਿਆਰ ਹੈਗੇ ਆ ਉਹ ਕਹਿੰਦੇ ਕਿ ਅਸੀਂ ਇਹਨਾਂ ਨੂੰ ਕਦੀ ਚਲਾਉਣ ਲਈ ਨਹੀਂ ਰੱਖਿਆ, ਜਿਵੇਂ ਭਾਰਤ ਵੀ ਕਹਿੰਦਾ ਸੀ ਕਦੀ ਚਲਾਉਣ ਲਈ ਨਹੀਂ ਰੱਖਿਆ। ਇਹ ਸਾਡੇ ਲਈ ਜਿਹਨੂੰ ਇੰਗਲਿਸ਼ ਕਹਿੰਦੇ ਡੈਟਰੈਂਸ ਹੈ, ਇਹ ਨਾ ਲੜਾਈ ਰੋਕਣ ਦਾ ਤਰੀਕਾ ਹੈ। ਤੇ ਇਹ ਇੱਕ ਤਰੀਕੇ ਨਾਲ ਸਹੀ ਵੀ ਗੱਲ ਹੈ। ਦੇਖੋ ਹੁਣ ਜਿਹੜਾ ਭਾਰਤ ਤੇ ਪਾਕਿਸਤਾਨ ਆ, ਆਪਾਂ ਆਪਸ ਲੜਨ ਨੂੰ ਨਾ ਥੋੜਾ ਜਿਹਾ ਘਬਰਾਉਂਦੇ ਆ। ਇਹ ਘਬਰਾਹਟ ਇਸ ਕਾਰਨ ਨਹੀਂ ਹੈ ਕਿ ਆਪਣੀ ਕੋਈ ਫੌਜ 'ਚ ਕਮੀ ਹੈ ਜਾਂ ਕੁਛ, ਆਪਾਂ ਨੂੰ ਇਹ ਹੈ ਕਿ ਇਹ ਨਾ ਹੋਵੇ ਕਿ ਇੱਕ ਛੋਟਾ ਜਾਂ ਕੋਈ ਵੀ ਜਿਹੜੀ ਜੰਗ ਹੋਵੇ ਉਹ ਏਡਾ ਵੱਡਾ ਰੂਪ ਲੈ ਜਾਏ ਕਿ ਇੱਕ ਦੂਜੇ ਉੱਤੇ ਆਪਾਂ ਪਰਮਾਣੂ ਹਥਿਆਰ ਚਲਾ ਦਈਏ। ਉਹਦੇ ਨਾਲ ਆਪਣਾ ਜਿੰਨੀ ਵੀ ਜ਼ਮੀਨ ਹੈ, ਜਿੱਥੇ ਜਿੱਥੇ ਉਹ ਗਿਰਨਗੇ ਉਹ ਸਾਰੀ ਤਬਾਹ ਹੋ ਜੂ। ਉਦੋਂ ਬਾਅਦ ਜਿਹੜਾ ਉਹ ਤੋਂ ਧੂਆਂ ਉੱਥੋਂ ਉੱਠੂ, ਉਹ ਪੂਰੀ ਦੁਨੀਆ 'ਚ ਇੰਨੇ ਬੱਦਲ ਹੋ ਜਾਣੇ ਆ ਕਿ ਤੁਹਾਡੀ ਨਾ ਆਈਸ ਏਜ ਆ ਜਾਂਦੀ ਹੈ, ਜਿਹਨੂੰ ਕਹਿੰਦੇ ਪੂਰੀ ਧੁੱਪ ਪਾਣੀ ਬੰਦ ਹੋ ਜਾਣੀ ਹੈ, ਜਿਹਦੇ ਨਾਲ ਕੀ ਹੋਣਾ, ਥੋੜੀ ਬਰਫ਼ ਹੀ ਬਰਫ਼ ਪੂਰੀ ਧਰਤੀ ਜੰਮਣ ਲੱਗ ਜਾਣੀ ਹੈ। ਤੇ ਉਹ 'ਚ ਆਪਾਂ ਕਿੱਦਾਂ ਜ਼ਿੰਦਾ ਰਵਾਂਗੇ? ਇਹਨੂੰ ਕਹਿੰਦੇ ਨਿਊਕਲੀਅਰ ਵਿੰਟਰ। ਪਰਮਾਣੂ ਹਥਿਆਰਾਂ ਕਾਰਨ ਜਦੋਂ ਪੂਰੀ ਵਿੰਟਰ ਜੰਮਣ ਦੇ ਹਾਲਾਤ ਆ ਜਾਂਦੇ ਆ, ਤੇ ਇਸੇ ਕਾਰਨ ਦੁਨੀਆ ਵਿੱਚ ਇਹਨਾਂ ਨੂੰ ਘਟਾਉਣ ਦੀ ਗੱਲ ਕੀਤੀ ਜਾ ਰਹੀ ਹੈ। ਦੁਨੀਆ ਦੇ 90% ਜਿਹੜੇ ਹਜੇ ਵੀ ਪਰਮਾਣੂ ਹਥਿਆਰ ਹੈ ਨਾ, ਉਹ ਰੂਸ ਤੇ ਅਮਰੀਕਾ ਕੋਲੇ ਹੈ। ਮਤਲਬ ਆਪਣੇ ਕੋਲ ਤਾਂ ਬਹੁਤ ਹੀ ਘੱਟ ਹੈ, ਰੂਸ ਤੇ ਅਮਰੀਕਾ ਕੋਲੇ 90%। ਦੁਨੀਆ ਵਿੱਚ ਲਗਭਗ 13,000 ਪਰਮਾਣੂ ਹਥਿਆਰ ਹੈ, ਇਹਨਾਂ ਵਿੱਚੋਂ 90% ਰੂਸ ਤੇ ਅਮਰੀਕਾ ਕੋਲੇ। ਠੀਕ ਹੈ, ਆਪਣੇ ਤਾਂ ਬਹੁਤ ਹੀ ਛੋਟੀ ਗਿਣਤੀ ਹੈ, ਇਹਨਾਂ ਦੇ ਤਾਂ ਹਜ਼ਾਰਾਂ ਵਿੱਚ ਫਿਰਦੇ ਆ, 5-5, 6-6 ਹਜ਼ਾਰ ਇਹਨਾਂ ਕੋਲੇ ਉਹ ਹਥਿਆਰ ਹੈ। ਦੁਨੀਆ ਦੇ ਸਿਰਫ 9 ਦੇਸ਼ ਹੈ ਜਿਨ੍ਹਾਂ ਕੋਲੇ ਪਰਮਾਣੂ ਹਥਿਆਰ ਦਾ ਟੈਕਨੋਲੋਜੀ ਹੈ ਤੇ ਉਹਨਾਂ ਕੋਲੇ ਪਰਮਾਣੂ ਹਥਿਆਰ ਹੈ। ਉਹਨਾਂ 'ਚ ਅਮਰੀਕਾ, ਰੂਸ, ਜਿਹੜਾ UK ਹੈ ਤੁਹਾਡਾ, ਠੀਕ ਹੈ, ਉਦੋਂ ਬਾਅਦ ਫਰਾਂਸ, ਚੀਨ, ਭਾਰਤ, ਪਾਕਿਸਤਾਨ, ਇਜ਼ਰਾਈਲ ਤੇ ਉੱਤਰੀ ਕੋਰੀਆ। ਇਹ ਸਾਰੇ ਦੇਸ਼ਾਂ ਕੋਲੇ ਹੀ ਸਿਰਫ ਤੁਹਾਡੇ ਪਰਮਾਣੂ ਹਥਿਆਰ ਹੈ, ਹੋਰ ਕਿਸੇ ਦੇਸ਼ ਕੋਲੇ ਦੁਨੀਆ ਵਿੱਚ ਨਹੀਂ ਹੈਗੇ। ਈਰਾਨ ਬਹੁਤ ਸਾਲਾਂ ਤੋਂ ਬਣਾਉਣਾ ਚਾਹੁੰਦਾ ਹੈ ਪਰ ਨਹੀਂ ਬਣਾ ਪਾ ਰਿਹਾ। ਠੀਕ ਹੈ, ਆਹ 9 ਨੇ ਬਣਾ ਲਏ ਸੀ, ਇਹ 9 ਦੇ 9 ਕੋਲੇ ਹੈਗੇ। ਕਲੀਅਰ ਹੈ? ਕੋਈ ਵੀ ਡਾਊਟ ਅੱਜ ਦੇ ਕਿਸੇ ਵੀ ਕਰੰਟ ਅਫੇਅਰ 'ਚ? ਤਾਂ ਇਹ ਸੀਗੇ ਤੁਹਾਡੇ ਅੱਜ ਦੇ ਕਰੰਟ।